पंजाबिस्तान की जानिब तो डॉक्टर हरपाल सिंह पन्नू जी की 6वीं रचना द्रौपदी। महाभारत जहान का अजिहा क्लासिक ग्रंथ है जिस दियां हर सदी विच नवीं व्याख्यावां होणगियां। इस विचला कोई पात्र अजिहा नहीं जिस विच वचित्रता की घाट होवे। की अजिही रचना कोई होर देखी जिस विचला धर्म पुत्र जुआ खेले, जूए विच औरत समेत हर वस्त हार दे ते धर्म युद्ध करदियां झूठ बोले, जिस विच भगवान दा इक्को एक मनोरथ युद्ध जितना है। इस मनोरथ की प्राप्ति वास्ते बेशक साजिशां रचनियां पैण, नैतिकता त्यागनी पवे। जिन्हां कौरवां नूं खलनायक वजों पेश किया जावे ਉਹ सदाचार उपर कायम रहन ਅਤੇ ਉਹਨਾਂ ਵਿੱਚ ਕਰਨ ਵਰਗਾ ਦਾਨਵੀਰ ਹੋਵੇ ਜਿਹੜਾ ਸਾਜ਼ਿਸ਼ਾਂ ਤੋਂ ਵਾਕਫ ਹੋਣ ਦੇ ਬਾਵਜੂਦ ਆਪਣੀ ਜਾਨ ਦੀ ਖੇਡ ਹਾਰ ਜਾਵੇ। ਇਸ ਵਿਚਲੇ ਕਿਸੇ ਕਿਸੇ ਪਾਤਰ ਉੱਪਰ ਕਦੀ ਕਦਾਈ ਪਾਠਕ ਜਾਂ ਦਰਸ਼ਕ ਨੂੰ ਗੁੱਸਾ ਆ ਸਕਦਾ ਹੈ, ਨਫ਼ਰਤ ਪੈਦਾ ਨਹੀਂ ਹੁੰਦੀ। ਕੌਰਵ ਅਤੇ ਪਾਂਡਵ ਇੱਕ ਖਾਨਦਾਨ ਦੇ ਬੱਚੇ ਹਨ ਤਾਂ ਵੀ ਉਹ ਦੋ ਸਭਿਅਤਾਵਾਂ ਦੇ ਪ੍ਰਤੀਨਿਧ ਹਨ। महाभारत एक परिवार विचला झगड़ा नहीं, दो सभ्यतावां दी टक्कर भी है। देखिए एक ही पाना वापरिया है। मेरी ये लिखत किसी खोज ग्रंथ उपर आधारित बौद्धिक टिप्पणी नहीं, इस करके इस अंदरले अंदाजियां उपर नुकताचीनी हो सकती है, रद्द किया जा सकता है। बचपन विच रामायण महाभारत दियां साखियां वडेरियां तो सुनियां पढ़ियां, रामलीला खूब देखी जिस विच मखौलीए तो बिना मेरी होर किसी पात्र विच दिलचस्पी नहीं हुंदी सी। जदों दिसण लगदा सरोते उकता रहे हन, नींद आउण लगी है, मखौलीआ मंच उपर प्रगट हुंदा, उनींदरे दर्शकां नूं आखदा, आओ भाईओ भैणो जयां बुलाइए, बोल सियापति रामचंद्र की जय, बोल धरती माता की जय, बोल महाबली हनुमान की जय। दर्शक जयां दा हुंगारा मठा दिंदे तां मखौलीआ जोश नाल आखदा, जदों जयां दी बस हो जावे उदों जयकारा कम करदा है, बोले सो निहाल। ਸਰੋਤਿਆਂ ਵੱਲੋਂ ਗਰਜਵੀਂ ਆਵਾਜ਼ ਵਾਪਸ ਆਉਂਦੀ, ਸਤਿ ਸ੍ਰੀ ਅਕਾਲ। ਜੈਕਾਰੇ ਉਪਰੰਤ ਫੇਰ ਰਾਮਲੀਲਾ ਸ਼ੁਰੂ ਹੋ ਜਾਂਦੀ। ਪੁਰਾਤਨ ਭਾਰਤ ਵਿੱਚ ਦੋ ਪਰੰਪਰਾਵਾਂ ਬਰਾਬਰ ਚੱਲੀਆਂ, ਇੱਕ ਪਿਤਾ ਪ੍ਰਧਾਨ ਤੇ ਦੂਜੀ ਮਾਤਾ ਪ੍ਰਧਾਨ ਪਰੰਪਰਾ। ਪਿਤਾ ਪ੍ਰਧਾਨ ਸਮਾਜ ਵਿੱਚ ਪਰਿਵਾਰ ਦਾ ਮੁਖੀ ਮਰਦ ਹੁੰਦਾ ਸੀ ਜਿਸ ਨੂੰ ਇੱਕ ਤੋਂ ਵਧੇਕ ਪਤਨੀਆਂ ਰੱਖਣ ਦਾ ਹੱਕ ਸੀ ਤੇ ਖਾਨਦਾਨ ਦਾ ਨਾਮ ਉਸ ਦੇ ਨਾਮ ਨਾਲ ਚੱਲਦਾ ਸੀ। ਇਹਨਾਂ ਦਾ ਦੇਵਤਾ ਮਰਦ ਹੁੰਦਾ ਸੀ। ਦੂਜੇ ਪਾਸੇ ਔਰਤ ਪ੍ਰਧਾਨ ਸਮਾਜ ਵਿੱਚ ਧਰਮ ਮਾਤਾ ਰਾਣੀ ਰਾਹੀਂ ਚੱਲਦਾ ਸੀ। ਪਰਿਵਾਰ ਦੀ ਮਾਲਕ ਔਰਤ ਇੱਕ ਤੋਂ ਵਧੇਕ ਮਰਦਾਂ ਨਾਲ ਵਿਆਹ ਕਰਨ ਦੀ ਹੱਕਦਾਰ ਹੁੰਦੀ ਅਤੇ ਪਰਿਵਾਰ ਦਾ ਨਾਮ ਮਾਂ ਅਧੀਨ ਚੱਲਦਾ ਸੀ। ਪਹਿਲੀ ਪਰੰਪਰਾ ਵਿੱਚ ਜੇ ਬੱਚੇ ਨੂੰ ਪੁੱਛਿਆ ਜਾਂਦਾ ਤੂੰ ਕਿਸ ਦਾ ਪੁੱਤਰ ਹੈ ਤਾਂ ਉੱਤਰ ਵਿੱਚ ਪਿਤਾ ਦਾ ਨਾਮ ਦੱਸਦਾ। ਦੂਜੀ ਪਰੰਪਰਾ ਵਿੱਚ ਬੱਚਾ ਮਾਂ ਦਾ ਨਾਮ ਦੱਸਦਾ। ਮਹਾਭਾਰਤ ਵਿੱਚ ਪਾਂਡਵ ਮਾਂ ਪ੍ਰਧਾਨ ਪਰੰਪਰਾ ਦੇ ਅਤੇ ਕੌਰਵ ਪਿਤਰ ਪ੍ਰਧਾਨ ਪਰੰਪਰਾ ਦੇ ਪ੍ਰਤੀਨਿਧ ਹਨ। ਜੇ ਇਲਾਕਾਈ ਵੰਡ ਕਰਨੀ ਹੋਵੇ ਤਾਂ ਕੁਰੂਖੇਤਰ ਤੋਂ ਲੈ ਕੇ ਪੱਛਮ ਵਾਲੇ ਪਾਸੇ ਸਿੰਧ ਤੱਕ ਤੇ ਉੱਤਰ ਵੱਲ ਅਫਗਾਨਿਸਤਾਨ ਤੱਕ ਦਾ ਇਲਾਕਾ ਪਿਤਰ ਪ੍ਰਧਾਨ ਸਮਾਜ ਦਾ ਹੈ। ਇਸ ਵਿੱਚ ਅਜੋਕਾ ਹਰਿਆਣਾ, ਹਿਮਾਚਲ, ਪੰਜਾਬ, ਪਾਕਿਸਤਾਨ, ਅਫਗਾਨਿਸਤਾਨ ਅਤੇ ਈਰਾਨ ਸ਼ਾਮਲ ਕਰ ਸਕਦੇ ਹਾਂ। ਕੁਰੂਖੇਤਰ ਦੇ ਪੂਰਬ ਅਤੇ ਦੱਖਣ ਵੱਲ ਦਾ ਇਲਾਕਾ ਮਾਂ ਪ੍ਰਧਾਨ ਪਾਂਡਵਾਂ ਦੀ ਪਰੰਪਰਾ ਦਾ ਹੈ। ਇਹਨਾਂ ਦੇ ਸੱਭਿਆਚਾਰਾਂ ਨੂੰ ਆਰੀਆ ਅਤੇ ਦਰਾਵੜ ਸੱਭਿਆਚਾਰ ਦੇ ਨਾਵਾਂ ਅਧੀਨ ਵੰਡਣਾ ਵੀ ਮੁਨਾਸਬ ਨਹੀਂ ਲੱਗਦਾ ਕਿਉਂਕਿ ਮੱਧ ਭਾਰਤ ਦਰਾਵੜ ਨਹੀਂ ਹੈ। ਕੌਰਵਾਂ ਦੀ ਮਾਂ ਗਾਂਧਾਰੀ ਹੈ। ਗਾਂਧਾਰੀ ਦਾ ਨਾਮ ਉਸ ਦੇ ਸ਼ਹਿਰ ਤੋਂ ਪਿਆ ਹੈ। ਅੱਜ ਦੇ ਕੰਧਾਰ ਦਾ ਪੁਰਾਤਨ ਨਾਮ ਗਾਂਧਾਰ ਸੀ, ਯਾਨੀ ਕਿ ਸੁਗੰਧੀਆਂ ਦਾ ਦੇਸ਼। ਗੰਧ ਮਾਨੇ ਸੁਗੰਧੀ, ਗਾਂਧਾਰ ਦੀ ਗਾਂਧਾਰੀ। ਕੌਰਵਾਂ ਵਿਚਲਾ ਮਰਦ ਕਈ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ। ਉਧਰ ਪਾਂਡਵ ਭਰਾ ਆਪਣੇ ਪਿਤਾ ਦੀ ਸੰਤਾਨ ਯਾਨੀ ਕਿ ਪਾਂਡੂ ਪੁੱਤਰ ਨਹੀਂ ਕੁੰਤੀ ਪੁੱਤਰ ਹਨ। ਅਰਜਨ ਨਾਲ ਗੀਤਾ ਵਿੱਚ ਸੰਵਾਦ ਰਚਾਉਂਦੇ ਕ੍ਰਿਸ਼ਨ ਜੀ ਉਸ ਨੂੰ ਕਦੀ ਕੌਂਤੇ ਆਖਦੇ ਹਨ ਜਿਸ ਦਾ ਅਰਥ ਹੈ ਕੁੰਤੀ ਪੁੱਤਰ, ਕਦੀ ਪਾਰਥ ਆਖਦੇ ਹਨ ਪ੍ਰਿਥਾ ਦਾ ਬੇਟਾ,
ਕੁੰਤੀ ਦਾ ਦੂਜਾ ਨਾਮ ਪ੍ਰਿਥਾ ਸੀ। ਪਾਂਡੂ ਸੰਤਾਨ ਉਤਪਤੀ ਕਰਨ ਦੇ ਸਮਰੱਥ ਨਹੀਂ, ਤਦ ਵੀ ਕੁੰਤੀ ਪੁੱਤਰਾਂ ਦੀ ਮਾਂ ਹੈ। ਦ੍ਰੋਪਦੀ 5 ਮਰਦਾਂ ਦੀ ਔਰਤ ਹੋਣ ਦੇ ਬਾਵਜੂਦ ਸਤਿਕਾਰਯੋਗ ਹੈ। ਇੱਥੇ ਯਾਦ ਰੱਖਣਯੋਗ ਤੱਥ ਇਹ ਹੈ ਕਿ ਦ੍ਰੋਪਦੀ ਪਾਂਡਵ ਕਲਚਰ ਵਿੱਚ ਸਤਿਕਾਰਯੋਗ ਹੈ, ਕੌਰਵ ਕਲਚਰ ਵਿੱਚ ਨਹੀਂ। ਚੀਰ ਹਰਨ ਦੀ ਘਟਨਾ ਵਕਤ ਦੁਸ਼ਾਸਨ, ਦੁਰਯੋਧਨ ਅਤੇ ਕਰਨ ਜਿਹੜੇ ਲਫ਼ਜ਼ ਦ੍ਰੋਪਦੀ ਵਾਸਤੇ ਇਸਤੇਮਾਲ ਕਰਦੇ ਹਨ ਉਹ ਬੇਇੱਜ਼ਤੀ ਪੂਰਨ ਹਨ। ਵਧੀਕ ਮਰਦਾਂ ਦੀ ਪਤਨੀ ਹੋਣ ਦੀ ਗਾਲ ਵਜੋਂ ਸਭ ਤੋਂ ਘਿਨਾਉਣਾ ਵਿਸ਼ੇਸ਼ਣ ਵੇਸ਼ਿਆ ਵਰਤਿਆ ਗਿਆ ਹੈ। ਯੁਧਿਸ਼ਟਰ ਖੁਸ਼ਹਾਲ ਦੇਸ਼ ਦਾ ਸੁਖੀ ਮਹਾਰਾਜਾ ਹੈ। ਉਸ ਦੇ ਮੁਕਾਬਲੇ ਕੌਰਵਾਂ ਦਾ ਰਾਜ ਛੋਟਾ ਵੀ ਹੈ, ਕਮਜ਼ੋਰ ਵੀ। ਆਪਣੀ ਸ਼ਾਨੋ ਸ਼ੌਕਤ ਦਿਖਾਉਣ ਹਿੱਤ ਪਾਂਡਵਾਂ ਵੱਲੋਂ ਦੁਰਯੋਧਨ ਨੂੰ ਮਹਿਲ ਆਉਣ ਦਾ ਸੱਦਾ ਦੇਣਾ ਸਹੀ ਹੈ, ਪਰ ਸੁੱਕੇ ਥਾਂ ਨੂੰ ਪਾਣੀ ਅਤੇ ਵਗਦੇ ਪਾਣੀ ਨੂੰ ਸੁੱਕਾ ਮੈਦਾਨ ਸਮਝਣ ਦਾ ਭੁਲੇਖਾ ਉਸਨੇ ਇਸ ਲਈ ਖਾਧਾ ਕਿਉਂਕਿ ਮਹਿਲ ਬਣਾਇਆ ਹੀ ਇਸ ਤਰ੍ਹਾਂ ਦਾ ਸੀ ਕਿ ਭੁਲੇਖਾ ਲੱਗ ਜਾਏ। ਭੁਲੇਖਾ ਖਾਧੇ ਮਹਾਰਾਜੇ ਉੱਪਰ ਹੱਸਣ ਦਾ ਅਧਿਕਾਰ ਤਾਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਅੰਨੇ ਦੇ ਅੰਨੇ ਪੁੱਤਰ ਵਾਕ ਇਸਤੇਮਾਲ ਕਰਨਾ ਚੰਗੀ ਸੱਭਿਅਤਾ ਦੀ ਨਿਸ਼ਾਨੀ ਨਹੀਂ। ਚੀਰ ਹਰਨ ਦੀ ਘਟਨਾ ਵਧੇਕ ਦੁਖਦਾਇਕ ਹੈ। ਇਹ ਘਟਨਾ ਮਹਾਭਾਰਤ ਕਥਾ ਨੂੰ ਦੁਫਾੜ ਕਰ ਦਿੰਦੀ ਹੈ। ਇੱਕ ਚੀਰ ਹਰਨ ਤੋਂ ਪਹਿਲਾਂ ਦਾ ਮਹਾਭਾਰਤ ਹੈ, ਦੂਜਾ ਚੀਰ ਹਰਨ ਤੋਂ ਬਾਅਦ ਵਾਲਾ। ਚੀਰ ਹਰਨ ਤੋਂ ਪਹਿਲਾਂ ਕੌਰਵ ਅਤੇ ਪਾਂਡਵ ਸ਼ਰੀਕ ਹਨ, ਚੀਰ ਹਰਨ ਤੋਂ ਬਾਅਦ ਇੱਕ ਦੂਜੇ ਦੇ ਖੂਨ ਦੇ ਪਿਆਸੇ ਦੁਸ਼ਮਣ। ਆਖਰ ਖਾਨਦਾਨਾਂ ਦੀ ਖੌਫਨਾਕ ਤਬਾਹੀ। ਚੀਰ ਹਰਨ ਵਕਤ ਦੇ ਸੰਵਾਦ ਜਜ਼ਬਾਤੀ ਤਾਂ ਹਨ ਹੀ, ਦਰਸ਼ਕਾਂ ਨੂੰ ਉਲਝਣ ਵਿੱਚ ਵੀ ਪਾਉਂਦੇ ਹਨ। ਦੁਸ਼ਾਸਨ ਹੱਥੋਂ ਨਿਰਵਸਤਰ ਹੋਣ ਵਕਤ ਦ੍ਰੋਪਦੀ ਭੀਸ਼ਮ ਪਿਤਾਮਾ ਨੂੰ ਆਖਦੀ ਹੈ, ਧਰਮ ਦੀ ਰਾਖੀ ਕਰੋ ਪਿਤਾਮਾ, ਖਾਮੋਸ਼ ਦਰਸ਼ਕ ਬਣ ਕੇ ਨਾ ਬੈਠੋ। ਭੀਸ਼ਮ ਪਿਤਾਮਾ ਆਖਦੇ ਹਨ, ਧਰਮ ਡੂੰਘੀ ਚੀਜ਼ ਹੈ ਦ੍ਰੋਪਦੀ, ਇਹ ਸੌਖਿਆਂ ਸਮਝ ਵਿੱਚ ਨਹੀਂ ਆਉਂਦਾ। ਫਿਰ ਦ੍ਰੋਪਦੀ ਦੀ ਤਾਕਤਵਰ ਦਲੀਲ ਹੈ। ਯੁਧਿਸ਼ਟਰ ਪਹਿਲਾਂ ਖੁਦ ਨੂੰ ਜੂਏ ਵਿੱਚ ਦਾਅ ਤੇ ਲਾ ਕੇ ਹਾਰ ਚੁੱਕਾ ਹੈ। ਹਾਰੇ ਹੋਏ ਬੰਦੇ ਨੂੰ ਕੀ ਹੱਕ ਹੈ ਕਿ ਮੈਨੂੰ ਦ੍ਰੋਪਦੀ ਨੂੰ ਦਾਅ ਉੱਤੇ ਲਾਏ ਤੇ ਹਾਰੇ। ਵਿਦੁਰ ਅਤੇ ਦੁਰਯੋਧਨ ਦਾ ਛੋਟਾ ਭਰਾ ਵਿਕਰਣ ਕੇਵਲ 2 ਜਣੇ ਉਸ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਦੇ ਹਨ। ਬਾਕੀ ਦੀ ਮਜਲਿਸ ਬੇਬਸ ਹੋ ਕੇ ਬੈਠੀ ਰਹਿੰਦੀ ਹੈ। ਕੌਰਵ ਆਖਦੇ ਹਨ, ਕਿਉਂ ਕੀ ਔਰਤ ਮਰਦ ਦੀ ਸੰਪત્ਤੀ ਨਹੀਂ? ਯੁਧਿਸ਼ਟਰ ਕੋਲ ਅਜੇ ਬਚੀ ਹੋਈ ਜਾਇਦਾਦ ਬਕਾਇਆ ਸੀ ਜੋ ਉਹ ਦਾਅ ਤੇ ਲਾ ਸਕਦਾ ਸੀ। ਦ੍ਰੋਪਦੀ ਦਾ ਦੁੱਖ ਸਮਝ ਵਿੱਚ ਆਉਂਦਾ ਹੈ, ਉਸ ਦੀਆਂ ਦਲੀਲਾਂ ਕਾਇਲ ਨਹੀਂ ਕਰਦੀਆਂ। ਦ੍ਰੋਪਦੀ ਉਸ ਵਕਤ ਦੀ ਔਰਤ ਹੈ ਜਿਸ ਵਕਤ ਵਰਣ ਆਸ਼ਰਮ ਪ੍ਰਥਾ ਕੇਵਲ ਪ੍ਰਵਾਨਿਤ ਨਹੀਂ ਸਤਿਕਾਰਯੋਗ ਸੀ, ਵਰਣ ਆਸ਼ਰਮ ਨੂੰ ਮੰਨਣਾ ਹੀ ਧਰਮ ਸੀ। ਇਸ ਪ੍ਰਥਾ ਵਿੱਚ ਔਰਤ, ਪਸ਼ੂ, ਜ਼ਮੀਨ ਆਦਿਕ ਸਭ ਧਨ ਹਨ। ਗੁਰਬਾਣੀ ਵਿੱਚ ਔਰਤ ਧਨ ਹੈ ਤੇ ਰੱਬ ਪਤੀ। ਸਾਰੀ ਬਾਣੀ ਧਨ ਪਿਰ ਦੇ ਵਿਜੋਗ ਸੰਜੋਗ ਦੀ ਕਥਾ ਹੈ। ਦ੍ਰੋਪਦੀ ਇਸ ਪ੍ਰਥਾ ਅਨੁਸਾਰ ਸਵੰਬਰ ਦੌਰਾਨ ਕਰਨ ਬਾਰੇ ਪੁੱਛਦੀ ਹੈ, ਇਹ ਕਿਸ ਕੁਲ ਦਾ ਜਵਾਨ ਹੈ? ਜਦੋਂ ਦੱਸਿਆ ਜਾਂਦਾ ਹੈ ਇਹ ਉੱਚ ਕੁਲ ਦਾ ਰਾਜਕੁਮਾਰ ਨਹੀਂ, ਸਵੰਬਰ ਵਿੱਚੋਂ ਬਾਹਰ ਕੱਢ ਦਿੰਦੀ ਹੈ। ਦੁਰਯੋਧਨ ਐਲਾਨ ਕਰਦਾ ਹੈ, ਮੈਂ ਇਸ ਨੂੰ ਅੰਗ ਦੇਸ਼ ਦਿੱਤਾ, ਇਹ ਅੰਗ ਰਾਜ ਕਰਨ ਹੈ, ਸਾਡਾ ਸਤਿਕਾਰਯੋਗ ਰਾਜਾ। ਤਦ ਵੀ ਉਹ ਸੂਤ ਪੁੱਤਰ ਹੈ, ਰਾਜਾ ਹੋ ਗਿਆ ਤਾਂ ਕੀ, ਹੈ ਤਾਂ ਨੀਵੀਂ ਕੁਲ ਦਾ। ਬੇਇੱਜ਼ਤ ਹੋ ਕੇ ਆਖਿਰ ਕਰਨ ਮੁਕਾਬਲੇ ਵਿੱਚੋਂ ਬਾਹਰ ਹੋਇਆ। ਕ੍ਰਿਸ਼ਨ ਜੀ ਖਤਰਨਾਕ ਦਾਅ ਖੇਡਦਿਆਂ ਆਖਿਰ ਕਰਨ ਕੋਲ ਜਾ ਕੇ ਉਸ ਨੂੰ ਦੱਸਦੇ ਹਨ ਕਿ ਤੂੰ ਸੂਤ ਪੁੱਤਰ ਨਹੀਂ, ਕੁੰਤੀ ਪੁੱਤਰ ਹੈ। ਤਾਂ ਵੀ ਕਰਨ ਡੋਲਦਾ ਨਹੀਂ, ਆਖਦਾ ਹੈ, ਮੇਰੇ ਮਾਪੇ ਉਹ ਨਹੀਂ ਜਿਹੜੇ ਮੈਨੂੰ ਸੁੱਟ ਗਏ, ਉਹ ਹਨ ਜਿਨ੍ਹਾਂ ਗਲ ਨਾਲ ਲਾਇਆ। ਕ੍ਰਿਸ਼ਨ ਜੀ ਫਿਰ ਮਨਾਉਣ ਦਾ ਯਤਨ ਕਰਦੇ ਹਨ ਤਾਂ ਕਰਨ ਆਖਦਾ ਹੈ, ਮੈਂ ਸਾਰੇ ਭਰਾਵਾਂ ਵਿੱਚੋਂ ਵੱਡਾ ਹਾਂ, ਕਿਰਪਾ ਕਰਕੇ ਤੁਸੀਂ ਯੁੱਧ ਤੋਂ ਪਹਿਲਾਂ ਪਾਂਡਵਾਂ ਨੂੰ ਨਾ ਦੱਸਣਾ ਕਿ ਮੈਂ ਉਹਨਾਂ ਦਾ ਵੱਡਾ ਭਰਾ ਹਾਂ, ਕਿਉਂਕਿ ਪਤਾ ਲੱਗਣ ਤੇ ਯੁਧਿਸ਼ਟਰ ਆਪਣਾ ਰਾਜ ਭਾਗ ਮੈਨੂੰ ਸੌਂਪ ਦੇਗਾ ਤੇ ਮੈਂ ਇਹ ਰਾਜ ਭਾਗ ਦੁਰਯੋਧਨ ਨੂੰ ਦੇ ਦਿਆਂਗਾ। ਕੇਵਲ ਦੁਰਯੋਧਨ ਹੈ ਉਹ ਸ਼ਖਸ ਜਿਸ ਨੇ ਮੈਨੂੰ ਮਾਣਯੋਗ ਰੁਤਬਾ ਦਿੱਤਾ। ਮੌਤ ਯਕੀਨੀ ਹੈ ਤਾਂ ਵੀ ਯੁੱਧ ਹੋਣ ਦਿਓ। ਵਰਣ ਆਸ਼ਰਮ ਪਰੰਪਰਾ ਪਾਲਦਿਆਂ ਦ੍ਰੋਪਦੀ ਨੂੰ ਹੱਕ ਮਿਲ ਗਿਆ ਕਿ ਕਰਨ ਸਵੰਬਰ ਵਿੱਚੋਂ ਬਾਹਰ ਹੋ ਜਾਏ। ਚੀਰ ਹਰਨ ਵਕਤ ਦ੍ਰੋਪਦੀ ਭੁੱਲ ਜਾਂਦੀ ਹੈ ਕਿ ਇਸੇ ਪਰੰਪਰਾ ਨੇ ਉਸ ਨੂੰ ਮਰਦ ਦੀ ਸੰਪત્ਤੀ ਬਣਾਇਆ ਸੀ। ਹਾਥੀ ਦਾ ਨਾਮ ਅਸ਼ਵਥਾਮਾ ਹੈ। ਦਰੋਣਾਚਾਰਜ ਦੇ ਬੇਟੇ ਦਾ ਨਾਮ ਵੀ ਇਹੋ। ਯੁੱਧ ਦੌਰਾਨ ਹਾਥੀ ਮਰ ਗਿਆ।
द्रोणाचार्य ਨੂੰ ਖਬਰ ਦਿੱਤੀ ਗਈ ਤਾਂ ਉਸ ਨੇ ਕਿਹਾ, ਕੇਵਲ ਯੁਧਿਸ਼ਠਰ ਸੱਚ ਬੋਲਦਾ ਹੈ। ਮੈਂ ਉਸ ਨੂੰ ਪੁੱਛਦਾ ਹਾਂ ਕਿ ਕੀ ਇਹ ਖਬਰ ਸਹੀ ਹੈ ਕਿ ਮੇਰਾ ਪੁੱਤਰ ਮਰ ਗਿਆ ਹੈ। ਯੁਧਿਸ਼ਠਰ ਝੂਠ ਬੋਲ ਕੇ ਆਖਦਾ ਹੈ, ਹਾਂ ਗੁਰੂ ਜੀ, ਸਹੀ ਹੈ, ਅਸ਼ਵਥਾਮਾ ਮਰ ਗਿਆ ਹੈ। ਖਬਰ ਸੁਣਦਿਆਂ ਦਰੋਣ ਹਥਿਆਰ ਸੁੱਟ ਦਿੰਦੇ ਹਨ। ਇਸ ਘਟਨਾ ਦਾ ਜ਼ਿਕਰ ਕਰਦਿਆਂ ਵੇਦ ਵਿਆਸ ਲਿਖਦੇ ਹਨ, ਧਰਮ ਪੁੱਤਰ ਯੁਧਿਸ਼ਠਰ ਦਾ ਜਿਹੜਾ ਰੱਥ ਹਵਾ ਵਿੱਚ ਉੱਡਦਾ ਹੁੰਦਾ ਸੀ, ਇਸ ਝੂਠੇ ਵਾਕ ਸਦਕਾ ਜ਼ਮੀਨ ਉੱਪਰ ਡਿੱਗਾ। ਵਿਕਰਣ ਦਾ ਵਾਕ ਹੈ, ਸ਼ਿਕਾਰ, ਸ਼ਰਾਬ, ਜੂਆ ਅਤੇ ਵਿਭਚਾਰ ਸਲਤਨਤਾਂ ਦਾ ਭੋਗ ਪਾ ਦਿੰਦੇ ਹਨ। B.R. ਚੋਪੜਾ ਵੱਲੋਂ ਤਿਆਰ ਕੀਤੀ ਟੈਲੀਵਿਜ਼ਨ ਕਥਾ ਮਹਾਭਾਰਤ ਸਾਰੇ ਸੰਸਾਰ ਨੇ ਦੇਖੀ ਅਤੇ ਮਾਣੀ। ਉਸ ਨੇ ਇੱਕ ਹੋਰ ਡਰਾਮਾ ਤਿਆਰ ਕੀਤਾ ਜਿਸ ਦਾ ਨਾਮ ਹੈ ਮੇਕਿੰਗ ਦਾ ਮਹਾਭਾਰਤ। ਇਸ ਵਿੱਚ ਉਸ ਨੇ ਉਹ ਘਟਨਾਵਾਂ ਰਿਕਾਰਡ ਕੀਤੀਆਂ ਹਨ ਜੋ ਮਹਾਭਾਰਤ ਫਿਲਮਾਉਣ ਦੌਰਾਨ ਵਾਪਰੀਆਂ। ਚੋਪੜਾ ਦੱਸਦਾ ਹੈ, ਜਿਹੜੀ ਕੁੜੀ ਆਖਰ ਦ੍ਰੋਪਦੀ ਦਾ ਰੋਲ ਕਰਨ ਵਾਸਤੇ ਚੁਣੀ ਗਈ, ਕਦੀ ਐਕਟਿੰਗ ਤੋਂ ਪਹਿਲਾਂ ਕਦੀ ਐਕਟਿੰਗ ਤੋਂ ਬਾਅਦ ਉਹ ਰੋਣੋਂ ਹੀ ਨਾ ਹਟਦੀ। ਸਾਨੂੰ ਮੁਸ਼ਕਲ ਤਾਂ ਆਉਂਦੀ ਪਰ ਧਰਵਾਸ ਮਿਲਦਾ, ਸਹੀ ਕੁੜੀ ਦੀ ਚੋਣ ਹੋਈ। ਅਰਜਨ ਦਾ ਰੋਲ ਕਰਨ ਵਾਲਾ ਜਵਾਨ ਮੁਸਲਮਾਨ ਫਿਰੋਜ਼ ਖਾਨ ਦੱਸਦਾ ਹੈ, ਸਾਲ ਤੋਂ ਵਧੇਕ ਸਮਾਂ ਰਿਕਾਰਡਿੰਗ ਦੌਰਾਨ ਅਸੀਂ ਇੱਕੋ ਖਾਨਦਾਨ ਵਾਂਗ ਬਿਤਾਇਆ। ਜਦੋਂ ਵਾਪਸ ਆਪਣੇ ਘਰ ਆਏ, ਸਾਨੂੰ ਆਪਣੇ ਘਰ ਅਜੀਬ ਲੱਗੇ, ਪਰਿਵਾਰ ਦੇ ਜੀ ਅਜਨਬੀ ਲੱਗੇ। ਮੈਂ ਉਸ ਦੁਨੀਆ ਵਿੱਚ ਰਹਿੰਦਾ ਰਿਹਾ ਜਿੱਥੇ ਰੱਬ ਮੇਰਾ ਰਥਵਾਨ ਹੁੰਦਾ ਸੀ। ਤੁਸੀਂ ਗੀਤਾ ਕਿਤਾਬਾਂ ਵਿੱਚੋਂ ਪੜ੍ਹੀ, ਮੈਂ ਰੱਬ ਦੇ ਸਾਹਮਣੇ ਬੈਠ ਕੇ ਉਸ ਦੇ ਮੂੰਹੋਂ ਸੁਣੀ। ਮਹਾਭਾਰਤ ਦੇ ਅਖੀਰ ਵਿੱਚ ਪਾਂਡਵ ਦ੍ਰੋਪਦੀ ਸਮੇਤ ਫੈਸਲਾ ਕਰਦੇ ਹਨ ਕਿ ਹਿਮਾਲਾ ਉੱਪਰ ਚੜ੍ਹੀਏ ਤੇ ਸੰਸਾਰ ਤੋਂ ਵਿਦਾਇਗੀ ਲਈਏ। ਸਭ ਤੋਂ ਪਹਿਲਾਂ ਦ੍ਰੋਪਦੀ ਦਾ ਬਰਫ਼ ਉੱਪਰੋਂ ਪੈਰ ਫਿਸਲਿਆ, ਮੌਤ ਹੋਈ। ਕਥਾ ਦਾ ਅੰਤ ਕਰਦਿਆਂ ਵੇਦ ਵਿਆਸ ਇੱਕ ਤੋਂ ਬਾਅਦ ਇੱਕ ਪਾਤਰ ਨੂੰ ਵਿਛੜਦਿਆਂ ਦਿਖਾਉਂਦਾ ਹੈ ਤੇ ਮੌਤ ਦਾ ਕਾਰਨ ਦੱਸਦਾ ਹੈ। ਦ੍ਰੋਪਦੀ ਸਭ ਤੋਂ ਪਹਿਲੋਂ ਇਸ ਲਈ ਡਿੱਗੀ ਕਿਉਂਕਿ 5 ਪਾਂਡਵਾਂ ਦਾ ਉਸ ਉੱਪਰ ਬਰਾਬਰ ਅਧਿਕਾਰ ਸੀ, ਪਰ ਅਰਜਨ ਉਸ ਨੂੰ ਬਾਕੀਆਂ ਤੋਂ ਵਧੇਕ ਚੰਗਾ ਲੱਗਦਾ ਸੀ। ਅਰਜਨ ਨੂੰ ਵਧੇਕ ਪਿਆਰ ਕਰਦੀ ਸੀ, ਜੋ ਅਨੁਚਿਤ ਸੀ। ਇਸ ਘਟਨਾ ਵਕਤ ਮੇਰੇ ਸਾਹਮਣੇ ਮਨਮੋਹਨ ਬਾਵਾ ਆ ਜਾਂਦਾ ਹੈ। ਉਹ ਜੋ ਲਿਖਦਾ ਹੈ ਸੋ ਮਹਾਭਾਰਤ ਵਿੱਚ ਵਿਆਸ ਵੱਲੋਂ ਨਹੀਂ ਲਿਖਿਆ ਗਿਆ। ਬਾਵਾ ਅਨੁਸਾਰ ਬਰਫ਼ ਤੋਂ ਪੈਰ ਫਿਸਲਿਆ, ਦ੍ਰੋਪਦੀ ਡਿੱਗੀ, ਸਿਰ ਵਿੱਚ ਸਖਤ ਸੱਟ ਲੱਗੀ। ਭੀਮ ਤੇਜ਼ੀ ਨਾਲ ਉਸ ਕੋਲ ਆਇਆ, ਸਿਰ ਆਪਣੀ ਗੋਦੀ ਵਿੱਚ ਰੱਖ ਕੇ ਕਿਹਾ, ਤੂੰ ਹੁਣ ਜਾਣ ਲੱਗੀ ਹੈ ਪਾਂਚਾਲੀ, ਆਖਰੀ ਖਾਹਿਸ਼। ਦ੍ਰੋਪਦੀ ਨੇ ਕਿਹਾ, ਆਖਰੀ ਖਾਹਿਸ਼? ਤੁਸੀਂ ਭਗਵਾਨ ਹੋ ਜੋ ਆਖਰੀ ਖਾਹਿਸ਼ ਪੂਰੀ ਕਰੋਗੇ। ਭੀਮ ਨੇ ਕਿਹਾ, ਭਗਵਾਨ ਅੱਗੇ ਮੈਂ ਪ੍ਰਾਰਥਨਾ ਕਰਾਂਗਾ ਪਾਂਚਾਲੀ, ਆਖਰੀ ਖਾਹਿਸ਼ ਦੱਸ। ਦ੍ਰੋਪਦੀ ਨੇ ਕਿਹਾ, ਦਿਲ ਕਰਦਾ ਇੱਕ ਵਾਰ ਫਿਰ ਜਹਾਨ ਵਿੱਚ ਆਈਏ, ਆਪਣੇ ਰਿਸ਼ਤੇ ਨਵੇਂ ਹੋਣ। ਤੁਸੀਂ ਪੰਜੇ ਮੇਰੇ ਭਰਾ ਹੋਵੋ, ਮੈਂ ਤੁਹਾਡੀ ਛੋਟੀ ਭੈਣ। ਭੀਮ ਨੇ ਪੁੱਛਿਆ, ਅਜਿਹਾ ਖਿਆਲ ਤੇਰੇ ਦਿਲ ਵਿੱਚ ਕਿਉਂ ਆਇਆ ਪਾਂਚਾਲੀ? ਦ੍ਰੋਪਦੀ ਨੇ ਕਿਹਾ, ਮੈਂ ਤੁਹਾਡੀ ਭੈਣ ਹੁੰਦੀ ਤੁਸੀਂ ਮਰ ਜਾਣਾ ਸੀ, ਚੀਰ ਹਰਨ ਨਹੀਂ ਸੀ ਹੋਣ ਦੇਣਾ, ਕਿਉਂਕਿ ਪਤਨੀ ਸਾਂ ਤੁਸੀਂ ਜੂਏ ਵਿੱਚ ਹਾਰੀ ਅਤੇ ਚੀਰ ਹਰਨ ਹੁੰਦਾ ਦੇਖਿਆ। ਭਾਈ ਗੁਲਾਮ ਮੁਹੰਮਦ ਚਾਂਦ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਵਿੱਚ ਕੀਰਤਨ ਕਰਨ ਆਏ। ਭਾਈ ਮਰਦਾਨਾ ਦੇ ਵਾਰਸ ਭਾਈ ਸਾਹਿਬ ਨੇ ਭਾਈ ਗੁਰਦਾਸ ਦੀ ਵਾਰ ਵਿਚਲੀ ਪੌੜੀ ਗਾਈ, ਜਿੱਥੇ ਕੇਸੋਂ ਪਕੜ ਪਾਂਚਾਲੀ ਬਾਂਦੀ ਲਿਆਂਦੀ ਜਾ ਰਹੀ ਹੈ। ਕੀਰਤਨ ਦੌਰਾਨ ਉਹਨਾਂ ਦੱਸਿਆ, ਵੱਡੇ ਵਡੇਰੇ ਇਸ਼ਾਰਿਆਂ ਰਾਹੀਂ ਰਮਜ਼ਾਂ ਸਮਝਾਇਆ ਕਰਦੇ ਹਨ। 5 ਪਾਂਡੋ ਅਸਲ ਵਿੱਚ 5 ਵਿਕਾਰ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਹਨ ਅਤੇ ਆਪਾਂ ਸਾਰੇ ਦ੍ਰੋਪਦੀਆਂ ਹਾਂ। ਜਿਹੜੀ ਦ੍ਰੋਪਦੀ ਇਹਨਾਂ 5 ਨੂੰ ਖਸਮ ਧਾਰਨ ਕਰੇਗੀ, ਉਸ ਦਾ ਚੀਰ ਹਰਨ ਹੋਣਾ ਯਕੀਨੀ ਹੈ। ਮਹਾਭਾਰਤ ਦਾ ਜਹਾਨ ਵਚਿੱਤਰ ਵੀ ਹੈ, ਵਿਸ਼ਾਲ ਵੀ। ਵੇਦ ਵਿਆਸ ਇੰਨਾ ਆਤਮ ਵਿਸ਼ਵਾਸੀ ਕਥਾਕਾਰ ਕਿ ਖੁਦ ਲਿਖਿਆ, ਇਸ ਗ੍ਰੰਥ ਵਿੱਚ ਜੋ ਹੈ ਸੋ ਜਹਾਨ ਵਿੱਚ ਹੋਰ ਥਾਈਂ ਵੀ ਮਿਲੇਗਾ, ਜੋ ਇਸ ਵਿੱਚ ਨਹੀਂ ਸੋ ਹੋਰ ਕਿਤੇ ਨਹੀਂ। बकौल जनाब दुष्यंत कुमार, हो गई है पीर पर्वत सी पिघलनी चाहिए, हो गई है पीर पर्वत सी पिघलनी चाहिए, इस हिमालय से कोई गंगा निकलनी चाहिए। बहुत बहुत शुक्रिया।